ਪੰਜਾਬ ਦੀਆਂ ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ, ਸੋਸ਼ਲ ਮੀਡੀਆ ਦੇ ਉੱਤੇ ਇਸ ਗੱਲ ਦੀ ਚਰਚਾ ਗਰਮ ਹੈ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ। ਪਰ ਜਦੋਂ ਅਸੀਂ ਪੰਜਾਬ ਦੇ ਪਿੰਡਾਂ ਦਾ ਹਾਲ ਦੇਖਦੇ ਹਾਂ ਤਾਂ ਉਹ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਭਾਜੜਾਂ ਪਾਈ ਫਿਰਦੇ ਨੇ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਲੋਕ ਨਵਾਂ ਬਦਲ ਚਾਹੁੰਦੇ ਨੇ, ਪਰ ਅਜੇ ਤੱਕ ਇਸ ਬਦਲ ਦਾ ਕੋਈ ਆਕਾਰ ਜਾਂ ਏਜੰਡਾ ਖੁੱਲ੍ਹ ਕੇ ਸਾਹਮਣੇ ਨਹੀਂ ਆਇਆ ਤੇ ਨਾ ਹੀ ਸ਼ਾਇਦ ਆਉਣ ਵਾਲਾ। ਜੇ ਨਵਾਂ ਬਦਲ ਚਾਹੁੰਦੇ ਹਾਂ ਤਾਂ ਲੋਕਾਂ ਨੂੰ ਮੁੱਦਿਆਂ ਸੰਬੰਧੀ ਚੇਤਨ ਹੋਣਾ ਪਵੇਗਾ। ਸਿਆਸਤਦਾਨਾਂ ਦੇ ਕੱਪੜੇ ਫਾੜਨ ਜਾਂ ਉਹਨਾਂ ਨਾਲ ਦੋ ਹੱਥ ਕਰਨ ਨਾਲ ਮਸਲੇ ਹੱਲ ਨਹੀਂ ਹੋਣੇ। ਪੰਜਾਬ ਦਾ ਪੜਾਅ ਮੁੱਦਿਆਂ ਸੰਬੰਧੀ ਚੇਤਨ ਹੋਣ ਦੇ ਵਿੱਚ ਛੁਪਿਆ ਹੈ। ਸੋ ਪੰਜਾਬੀਆਂ ਨੂੰ ਅੱਜ ਚੇਤਨ ਹੋ ਕੇ ਸਿਆਸਤਦਾਨਾਂ ਅਤੇ ਉਹਨਾਂ ਦੀਆਂ ਪਾਰਟੀਆਂ ਤੋਂ ਸਵਾਲ ਪੁੱਛਣੇ ਚਾਹੀਦੇ ਨੇ। ਉਹ ਕਿਹੜੇ ਵੱਡੇ ਸਵਾਲ ਨੇ ਜੋ ਸਿਆਸਤਦਾਨਾਂ ਦੀਆਂ ਪੰਬੇਰੀਆਂ ਘੁਮਾ ਸਕਦੇ ਨੇ, ਇਸ ਰਿਪੋਰਟ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ। ਅੱਜ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਸਾਡਾ ਪੰਜਾਬ ਅੱਜ ਕਰਜ਼ਾਈ ਹੋਇਆ ਪਿਆ ਹੈ। ਜਦੋਂ ਨਵੀਂ ਸਰਕਾਰ ਬਣਨੀ ਹੈ ਤਾਂ ਤਕਰੀਬਨ 3 ਲੱਖ ਕਰੋੜ ਦਾ ਕਰਜ਼ਾ ਸੂਬੇ ਸਿਰ ਹੋ ਜਾਣਾ ਹੈ। ਉਸ ਤੋਂ ਉੱਤੇ ਉਸ ਦਾ ਵਿਆਜ ਅਤੇ ਮੂਲ ਮੋੜਨ ਦਾ ਮਸਲਾ ਹੈ। ਇਹ ਸਭ ਰਲ ਕੇ ਸੂਬੇ ਦੀ GDP ਦਾ ਤਕਰੀਬਨ 45% ਬਣਦਾ ਹੈ। ਸੋ ਜਿਹੜੀ ਪਾਰਟੀ ਸਰਕਾਰ ਬਣਾਉਂਦੀ ਹੈ ਤਾਂ ਉਸ ਕੋਲ ਇਸ ਨੂੰ ਮੋੜਨ ਦੀ ਕੀ ਯੋਜਨਾ ਹੈ, ਇਸ ਪਾਸੇ ਸਿਆਸਤਦਾਨਾਂ ਤੋਂ ਸਵਾਲ ਪੁੱਛੇ ਜਾਣ। ਸੂਬਾ ਚਲਾਉਣ ਲਈ ਪੈਸੇ ਵੀ ਚਾਹੀਦੇ ਨੇ। ਸਿਆਸਤਦਾਨਾਂ ਤੇ ਪਾਰਟੀਆਂ ਅੱਗੇ ਸਵਾਲ ਰੱਖਿਆ ਜਾਵੇ ਕਿ ਦੱਸੋ ਵੋਟਾਂ ਤੋਂ ਪਹਿਲਾਂ ਤੁਹਾਡਾ ਆਰਜ਼ੀ ਬਜਟ ਕੀ ਹੈ, ਆਮਦਨ ਦੇ ਸਰੋਤ ਕੀ ਹੋਣਗੇ ਅਤੇ ਉਸ ਪੈਸੇ ਨੂੰ ਕਿੱਥੇ ਖਰਚਿਆ ਜਾਵੇਗਾ। ਦੂਜਾ ਵੱਡਾ ਮਸਲਾ ਮੁੱਖ ਮੰਤਰੀ ਦੇ ਚਿਹਰੇ ਦਾ ਹੈ। ਪਿਛਲੇ ਕੁਝ ਦਹਾਕਿਆਂ ਦੇ ਵਿੱਚ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੱਡਾ ਬਦਲਾਅ ਆਇਆ ਹੈ। ਲੋਕਾਂ ਨੂੰ ਇਸ ਗੱਲ ਦਾ ਪਤਾ ਚੱਲ ਗਿਆ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਹੀ ਪੰਜਾਬ ਦਾ ਦਾਦਾ ਹੈ। ਫਿਰ ਕਿਉਂ ਨਾ ਪੰਜਾਬ ਦੇ ਦਾਦੇ ਬਾਰੇ ਪਾਰਟੀਆਂ ਨੂੰ ਪੁੱਛਿਆ ਜਾਵੇ। ਹਾਲਾਂਕਿ ਇਹ ਰੁਝਾਨ ਗਲਤ ਹੈ, ਪਰ ਇਹ ਪੈਦਾ ਵੀ ਤਾਂ ਸਿਆਸਤਦਾਨਾਂ ਨੇ ਹੀ ਕੀਤਾ ਹੈ। ਫਿਰ ਸਿਆਸਤਦਾਨਾਂ ਨੂੰ ਕਟਹਿਰੇ ਦੇ ਵਿੱਚ ਕਿਉਂ ਨਾ ਖੜਾ ਕੀਤਾ ਜਾਵੇ। ਜਿਵੇਂ ਕਿ ਹੁਣ ਹਰ ਇੱਕ ਵੋਟਰ ਨੂੰ ਪਤਾ ਲੱਗ ਗਿਆ ਹੈ ਕਿ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਬਣਦਾ ਹੈ, ਮੁੱਖ ਤਾਕਤਾਂ ਉਹ ਆਪਣੇ ਕੋਲ ਹੀ ਰੱਖਦਾ ਹੈ। ਸਰਕਾਰ ਵਿੱਚ ਬਾਕੀ ਵਿਧਾਇਕ ਜਾਂ ਵਜ਼ੀਰ ਤਾਂ ਡੰਮੀ ਬਣ ਕੇ ਹੀ ਰਹਿ ਜਾਂਦੇ ਨੇ। ਮੁੱਖ ਮੰਤਰੀ ਦੇ ਕੋਲ ਹੀ ਅਸਲ ਤਾਕਤ ਹੁੰਦੀ ਹੈ। ਸਿਆਸਤਦਾਨਾਂ ਤੇ ਪਾਰਟੀਆਂ ਨੂੰ ਪੁੱਛਿਆ ਜਾਵੇ ਕਿ ਇਸ ਪੀੜਤ ਨੂੰ ਬਦਲਣ ਲਈ ਉਹਨਾਂ ਕੋਲ ਕੀ ਪ੍ਰੋਗਰਾਮ, ਕੀ ਏਜੰਡਾ ਹੈ। ਜੇ ਕੋਈ ਪ੍ਰੋਗਰਾਮ ਨਹੀਂ ਤਾਂ ਹਰ ਪਾਰਟੀ ਨੂੰ ਮਜਬੂਰ ਕਰੋ ਕਿ ਉਹ ਦੱਸੇ। ਜੇ ਉਹਨਾਂ ਦੀ ਪਾਰਟੀ ਜਿੱਤਦੀ ਹੈ ਤਾਂ ਮੁੱਖ ਮੰਤਰੀ ਕੌਣ ਹੋਵੇਗਾ, ਤਾਂ ਜੋ ਵੋਟਰ ਉਸ ਦੇ ਪਿਛੋਕੜ ਤੋਂ ਅੰਦਾਜ਼ਾ ਲਾ ਸਕਣ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਵੇਗਾ। ਇਸ ਵੇਲੇ ਹਾਲਾਤ ਇਹ ਹਨ ਕਿ ਜਿਹੜੇ ਪੰਜਾਬ ਦੇ ਵਿੱਚ ਰਹਿੰਦੇ ਹਨ ਤੇ ਕਹਿੰਦੇ ਹਨ ਸਾਨੂੰ ਪੰਜਾਬ ਦੀ ਰਗ-ਰਗ ਦਾ ਪਤਾ ਹੈ, ਉਹ ਵੀ ਬਾਹਰਲੇ ਬੰਦਿਆਂ ਨੂੰ ਸਲਾਹਕਾਰ ਲਾ ਰਹੇ ਨੇ। ਮੁੱਖ ਮੰਤਰੀ ਦੇ ਚਿਹਰੇ ਬਾਰੇ ਜਾਣਨਾ ਇਸ ਕਰਕੇ ਵੀ ਜ਼ਰੂਰੀ ਹੈ ਤਾਂ ਜੋ ਉਸ ਦੇ ਪਿਛੋਕੜ ਤੇ ਉਸ ਦੀ ਕਾਰਗੁਜ਼ਾਰੀ ਤੋਂ ਅੰਦਾਜ਼ਾ ਲਾਇਆ ਜਾ ਸਕੇ ਕਿ ਇਸ ਬੰਦੇ ਦੀ ਸੋਚ ਕੀ ਹੈ, ਕੀ ਇਸ ਦੀ ਅਗਵਾਈ ਦੇ ਵਿੱਚ ਪੰਜਾਬ ਉਸਾਰੂ ਹੋਵੇਗਾ, ਕਿਤੇ ਨਵਾਂ ਮੁੱਖ ਮੰਤਰੀ ਆਪਣੇ ਹੀ ਖਜ਼ਾਨੇ ਭਰਨ ਦੇ ਵਿੱਚ ਤਾਂ ਨਹੀਂ ਲੱਗਿਆ ਰਹੇਗਾ। ਇਸ ਤੋਂ ਇਲਾਵਾ ਪੰਜਾਬ ਦਾ ਵੱਡਾ ਮਸਲਾ ਬੇਰੁਜ਼ਗਾਰੀ ਦਾ ਹੈ। ਪੰਜਾਬ ਦੇ ਵਿੱਚ ਇਸ ਵੇਲੇ ਬੇਰੁਜ਼ਗਾਰੀ ਦਰ ਦੇਸ਼ ਦੀ ਔਸਤ ਨਾਲੋਂ 10% ਜ਼ਿਆਦਾ ਹੈ। ਸੂਬੇ ਵਿੱਚ ਬੇਰੁਜ਼ਗਾਰੀ ਦਰ 33.6% ਹੈ, ਜਦਕਿ ਕੌਮੀ ਦਰ 23.5% ਹੈ। ਇਹ ਉਹ ਸਮਾਂ ਜਦੋਂ ਸਰਕਾਰ ਕਹਿੰਦੀ ਹੈ ਕਿ ਅਸੀਂ 17 ਲੱਖ ਨੌਕਰੀਆਂ ਦਿੱਤੀਆਂ ਨੇ। ਦੂਜੇ ਪਾਸੇ ਵਿਰੋਧੀ ਪਾਰਟੀਆਂ ਇਸ ਨੂੰ ਝੂਠ ਦੱਸ ਰਹੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ 20 ਲੱਖ ਨੌਕਰੀਆਂ ਦੇਣ ਦਾ ਵਾਅਦਾ ਵੀ ਕਰ ਰਹੀਆਂ ਨੇ। ਸੋਚਣ ਵਾਲੀ ਗੱਲ ਇਹ ਵੀ ਹੈ ਕਿ ਕਿਉਂ ਨਾ ਸੂਬਾ ਸਰਕਾਰ ਆਪਣੀ ਕਹੀ ਗੱਲ ਨੂੰ ਵਾਈਟ ਪੇਪਰ ਲਿਆ ਕੇ ਸਿੱਧ ਕਰੇ। ਹਾਲਾਤ ਇਹ ਹਨ ਕਿ ਪਿਛਲੇ ਕਾਫੀ ਸਮੇਂ ਤੋਂ ਕਾਰਖਾਨੇ ਪੰਜਾਬ ਛੱਡ ਕੇ ਹੋਰ ਸੂਬਿਆਂ ਦੇ ਵਿੱਚ ਜਾ ਰਹੇ ਨੇ ਜਾਂ ਬੰਦ ਹੋ ਰਹੇ ਨੇ। 17 ਦਸੰਬਰ 2019 ਦੀ ਟ੍ਰਿਬਿਊਨ ਅਖਬਾਰ ਦੀ ਰਿਪੋਰਟ ਦੇ ਮੁਤਾਬਕ ਸਤੰਬਰ 2018 ਤੱਕ ਹੀ 7198 ਛੋਟੇ ਤੇ ਦਰਮਿਆਨੇ ਕਾਰਖਾਨੇ ਬੰਦ ਹੋ ਚੁੱਕੇ ਨੇ। ਮਹਾਮਾਰੀ ਦੇ ਵਿੱਚ ਬੰਦ ਹੋਣ ਵਾਲੇ ਕਾਰਖਾਨਿਆਂ ਦਾ ਅਜੇ ਕੋਈ ਹਿਸਾਬ ਨਹੀਂ। ਸਿਰਫ ਅੰਦਾਜ਼ਾ ਹੈ ਕਿ 20% ਤੋਂ 40% ਕਾਰਖਾਨੇ ਹੋਰ ਬੰਦ ਹੋਏ ਹੋਣਗੇ। ਪ੍ਰਾਈਵੇਟ ਨੌਕਰੀਆਂ ਦਾ ਵੀ ਹਾਲ ਮਾੜਾ ਹੈ। ਇਸ ਲਈ ਪਾਰਟੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਬੇਰੁਜ਼ਗਾਰੀ ਦੇ ਵਿੱਚੋਂ ਕੱਢਣ ਲਈ ਅਤੇ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਉਹਨਾਂ ਕੋਲ ਕੀ ਪ੍ਰੋਗਰਾਮ ਨੇ। ਇਸ ਵੇਲੇ ਦੇਸ਼ ਭਰ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਹੈ। ਖੇਤੀ ਪੰਜਾਬ ਦਾ ਮੁੱਖ ਕਿੱਤਾ ਹੈ, ਪਰ ਅੱਜ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਨੇ। ਭਾਰਤ ਸਰਕਾਰ ਤੋਂ ਕੋਈ ਬਹੁਤ ਆਸ ਨਹੀਂ ਰੱਖੀ ਜਾ ਸਕਦੀ ਕਿਉਂਕਿ ਉਸ ਨੇ ਅੰਦੋਲਨ ਦੇ ਚਲਦਿਆਂ ਹੀ ਰੂਰਲ ਡਿਵੈਲਪਮੈਂਟ ਫੰਡ ਭਾਵ RDF ਬੰਦ ਕਰ ਦਿੱਤਾ ਹੈ ਅਤੇ ਸੂਬੇ ਦੀ ਕਰਜ਼ੇ ਦੀ ਹੱਦ ਬਿਜਲੀ ਸਬਸਿਡੀ ਨਾਲ ਜੋੜ ਦਿੱਤੀ ਹੈ।
ਮੰਡੀਆਂ ਖਤਮ ਕਰਨ ਦੀਆਂ ਸਕੀਮਾਂ ਪਹਿਲਾਂ ਹੀ ਬਣੀਆਂ ਹੋਈਆਂ ਹਨ। ਇਸ ਦੌਰਾਨ ਇੱਕ ਪਾਰਟੀ ਦੇ ਵੱਲੋਂ ਇਹ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਹ ਸਾਰੀਆਂ ਫਸਲਾਂ ਸਮਰਥਨ ਮੁੱਲ ਉੱਤੇ ਖਰੀਦਣਗੇ। ਉਹਨਾਂ ਨੂੰ ਪੁੱਛਣਾ ਬਣਦਾ ਹੈ ਕਿ ਇਸ ਨੂੰ ਅਸਲੀ ਜਾਮਾ ਕਿਸ ਤਰ੍ਹਾਂ ਪਹਿਨਾਓਗੇ। ਦਰਅਸਲ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਦੀ ਆਰਥਿਕਤਾ ਖੇਤੀ ਉੱਤੇ ਸਭ ਤੋਂ ਜ਼ਿਆਦਾ ਨਿਰਭਰ ਕਰਦੀ ਹੈ। ਵਪਾਰ ਖੇਤੀ ਆਮਦਨ ਦੇ ਨਾਲ ਜੁੜਿਆ ਹੋਇਆ ਹੈ। ਸਿਆਸੀ ਪਾਰਟੀਆਂ ਨੂੰ ਪੁੱਛਣਾ ਬਣਦਾ ਹੈ ਕਿ ਸੂਬੇ ਦੀ ਕਿਸਾਨੀ ਨੂੰ ਸੰਭਾਲਣ ਲਈ ਤੁਹਾਡੇ ਕੋਲ ਕੀ ਪ੍ਰੋਗਰਾਮ ਨੇ। ਸਿੱਖਿਆ ਸੁਧਾਰ ਵੀ ਇੱਕ ਵੱਡਾ ਮਸਲਾ ਹੈ। ਪਾਰਟੀਆਂ ਦੇ ਕੋਲੋਂ ਪੁੱਛੋ ਕਿ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਲਈ ਉਹਨਾਂ ਦੇ ਕੋਲ ਕੀ ਯੋਜਨਾ ਹੈ, ਕਿਉਂਕਿ ਉੱਚ ਸਿੱਖਿਆ ਵਿੱਚ ਕਾਫੀ ਨਿਖਾਰ ਆਇਆ ਹੋਇਆ ਹੈ। ਸਰਕਾਰੀ ਯੂਨੀਵਰਸਿਟੀਆਂ ਦੇ ਵਿੱਚੋਂ ਲੋਕ ਸੇਵਾ ਮੁਕਤ ਹੋ ਰਹੇ ਨੇ, ਪਰ ਨਵੇਂ ਭਰਤੀ ਨਹੀਂ ਹੋ ਰਹੇ। ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਲੀਹ ਦੇ ਉੱਤੇ ਲਿਆਉਣ ਦੇ ਲਈ ਅੱਜ ਤੱਕ ਰੈਗੂਲੇਟਰੀ ਅਥਾਰਟੀ ਹੀ ਨਹੀਂ ਬਣੀ। ਇਸੇ ਤਰ੍ਹਾਂ ਪ੍ਰਾਈਵੇਟ ਸਕੂਲਾਂ ਦੀ ਵਾਧੂ ਖਰਚਿਆਂ ਦੀ ਧਾਂਦਲੀ ਕਿਵੇਂ ਰੋਕੀ ਜਾਵੇ ਤੇ ਕੀ ਉਹ ਸੁਝਾਅ ਕਾਨੂੰਨੀ ਤੌਰ ਉੱਤੇ ਲਾਗੂ ਹੋ ਸਕਣਗੇ, ਇਸ ਬਾਰੇ ਵੀ ਸਿਆਸੀ ਪਾਰਟੀਆਂ ਨੂੰ ਪੁੱਛਿਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਮੀਦਵਾਰ ਦੀ ਸਿੱਖਿਆ ਯੋਗਤਾ ਵੀ ਜ਼ਰੂਰ ਦੇਖੀ ਜਾਵੇ, ਕਿਉਂਕਿ ਬਾਅਦ ਦੇ ਵਿੱਚ ਪਤਾ ਚੱਲਦਾ ਹੈ ਕਿ ਸਰਕਾਰ ਨੇ ਤਾਂ 8 ਪੜ੍ਹੇ ਨੂੰ ਸਿੱਖਿਆ ਮੰਤਰੀ ਲਾ ਦਿੱਤਾ ਹੈ। ਇਸੇ ਤਰ੍ਹਾਂ ਸਿਹਤ ਸਹੂਲਤਾਂ ਦਾ ਮਸਲਾ ਹੈ। ਸਿਆਸਤਦਾਨਾਂ ਅਤੇ ਪਾਰਟੀਆਂ ਨੂੰ ਪੁੱਛੋ ਕਿ ਸਰਕਾਰੀ ਸਿਹਤ ਸਹੂਲਤਾਂ ਕਿਵੇਂ ਸੁਧਾਰੀਆਂ ਜਾਣਗੀਆਂ ਤਾਂ ਕਿ ਆਮ ਲੋਕਾਂ ਦੀ ਪ੍ਰਾਈਵੇਟ ਹਸਪਤਾਲਾਂ ਉੱਤੇ ਨਿਰਭਰਤਾ ਘਟੇ ਅਤੇ ਲੁੱਟ ਵੀ ਰੁਕੇ। ਇਸ ਵੇਲੇ ਸਾਨੂੰ ਇਕੱਠੇ ਹੋ ਕੇ ਸਿਆਸੀ ਪਾਰਟੀਆਂ ਅੱਗੇ ਸਵਾਲ ਰੱਖਣੇ ਚਾਹੀਦੇ ਨੇ। ਨਾਲ ਹੀ ਇਹ ਦਬਾਅ ਬਣਾਉਣਾ ਚਾਹੀਦਾ ਹੈ ਕਿ ਜਿਹੜੀ ਪਾਰਟੀ ਚੋਣ ਲੜਨਾ ਚਾਹੁੰਦੀ ਹੈ, ਜਦੋਂ ਆਪਣੇ ਉਮੀਦਵਾਰ ਲੋਕਾਂ ਦੇ ਵਿੱਚ ਭੇਜੇ ਤਾਂ ਉਹਨਾਂ ਦੇ ਹੱਥ ਦੇ ਵਿੱਚ ਅਗਲੇ 5 ਸਾਲਾਂ ਦਾ ਆਰਜ਼ੀ ਬਜਟ ਅਤੇ ਭਵਿੱਖ ਦੇ ਵਿੱਚ ਕੀਤੇ ਜਾਣ ਵਾਲੇ ਕੰਮਾਂ ਦੀ ਸੂਚੀ ਵੀ ਬਣਾ ਕੇ ਉਸ ਨੂੰ ਦੇਵੇ। ਸਰਕਾਰਾਂ ਦੀ ਆਮਦਨੀ ਕਿੰਨੀ ਹੋਵੇਗੀ, ਖਰਚਾ ਕਿਵੇਂ ਹੋਵੇਗਾ। ਇਸ ਵੇਲੇ ਇਹਨਾਂ ਰਾਜਨੀਤਿਕ ਪਾਰਟੀਆਂ ਦੀਆਂ ਰੈਲੀਆਂ ਦਾ ਤਰੀਕਾ ਬਦਲਣ ਦੀ ਲੋੜ ਹੈ। ਰੈਲੀਆਂ ਦੇ ਵਿੱਚ ਭੀੜ ਇਕੱਠੇ ਕਰਕੇ ਨੇਤਾ ਆਪਣੀ ਗੱਲ ਕਹਿ ਕੇ ਚਲੇ ਜਾਂਦੇ ਨੇ ਅਤੇ ਲੋਕਾਂ ਦੀ ਗੱਲ ਨਹੀਂ ਸੁਣਦੇ। ਇਸ ਲਈ ਰੈਲੀਆਂ ਵਿਚਾਰ ਵਟਾਂਦਰਾ ਆਧਾਰਿਤ ਹੋਣ, ਪਾਵਰ ਸਟੇਜ ਦੇ ਉੱਤੇ ਨੇਤਾ ਜੀ ਨੂੰ ਸਵਾਲ ਵੋਟਰ ਕਰਨ। ਇਹ ਗੱਲਾਂ ਲਾਗੂ ਕਰਨੀਆਂ ਭਾਵੇਂ ਮੁਸ਼ਕਲ ਨੇ, ਪਰ ਨਾਮੁਮਕਿਨ ਨਹੀਂ। ਇਹਨਾਂ ਵੱਲ ਕਦਮ ਵਧਾਉਣ ਦੇ ਨਾਲ ਚੰਗੇ ਉਮੀਦਵਾਰਾਂ ਦੇ ਅੱਗੇ ਆਉਣ ਦੀ ਆਸ ਬਚ ਸਕਦੀ ਹੈ। ਬਿਊਰੋ ਰਿਪੋਰਟ, ਹਮਦਰਦ ਟੀਵੀ।